3 दिन लगातार ਮੈਨੂੰ ਰੱਖਿਆ ਉੱਥੇ ਸਰ। कौन से थाने में? ਥਾਣਾ ਕੋਈ ਨਹੀਂ, ਉੱਥੇ ਚੌਂਕੀ ਆ ਮੱਕੂਆਣੀ ਸੀਏ ਸੈੱਲ ਨੇ, ਸੈੱਲ ਬਣੇ ਹੋਏ ਨੇ। ਪਹਿਲਾਂ ਹੀ ਜਾ ਕੇ ਸੁੱਟ ਦਿੱਤਾ। ਫਿਰ ਇਹਨਾਂ ਨੇ ਮੈਨੂੰ ਮਾਰਿਆ ਕੁੱਟਿਆ, ਬਹੁਤ ਜ਼ਿਆਦਾ ਮਾਰਿਆ। ਫਿਰ ਮੇਰੀ ਨੰਗੇ ਦੀ ਇਹਨਾਂ ਨੇ ਵੀਡੀਓ ਬਣਾਈ ਹੈ ਸਰ। भाई जी पंजाब के ऑफिस जाके आपने एप्लीकेशन दी है? ਜੀ ਸਰ ਉੱਥੇ ਵੀ ਦਿੱਤੀ ਹੈ। ठीक है, वहाँ पे सुनवाई हुई कि नहीं हुई? ਨਹੀਂ ਉੱਥੇ ਵੀ ਨਹੀਂ ਹੋਈ ਮੇਰੀ। कितने अरसे से किराया नहीं? 2 माह से दी है। अस्सलामुअलैकुम, आप टीवी से मैं हूं फैसल खान सूरी। मेरे साथ मुबशर मौजूद हैं। मुबशर का ताल्लुक फैसलाबाद से है। मुबशर की दुकान है कबाड़िए की। मुबशर की दुकान पे तकरीबन 1 माह पहले सीआईए पुलिस आती है सिविल कपड़ों में और इनको लेकर चली जाती है। इनको ब्लैकमेल किया जाता है, इनको धमकियां दी जाती हैं और फिर इनके कपड़े उतार कर इनकी वीडियो बनाई जाती है। उस वीडियो की वजह यह होती है कि इनको ब्लैकमेल बाद में किया जा सके। इनसे डिमांड की जाती है कि अपने घर से 3 लाख रुपए मंगवाओ, वरना आपके साथ बहुत बुरा होगा। इनको धमकी ये भी दी जाती है कि हम तुम्हारे खिलाफ झूठे पर्चे दे देंगे, हमसे कोई पूछने वाला नहीं है। क्या मामला थे? ये एक शरीफ शहरी हैं, ऐसा इनके साथ क्यों हुआ, किस बुनियाद पे हुआ, इन्हीं से जानते हैं। मुबशर, ये मामला क्यों बने, क्या हुआ ऐसा? ਸਰ ਮਾਮਲਾ ਵੀ ਪੈਸਿਆਂ ਦਾ ਹੀ ਆ। ਵੀ ਪੈਸੇ ਲੈਂਦੇ ਨਾ ਸਾਡੇ ਕੋਲ। ਜੀ ਅਗਰ ਪੈਸੇ ਅਸੀਂ ਦੇ ਦਈਏ ਤੇ ਠੀਕ ਆ, ਨਾ ਦਈਏ ਤੇ ਫਿਰ ਸਰ ਮਾਸ਼ੀ ਕਰਦੇ ਨੇ ये ਲਾਏ। कौन लोग थे जो आपको गाड़ी पे लेकर गए थे? ਇਹ ਸੀਏ ਸਟਾਫ ਮੱਕੂਆਣਾ ਨੇ। सीआईए पुलिस के थे? ਹਾਂਜੀ ਸੀਏ ਪੁਲਿਸ ਵਾਲੇ ਨੇ। अच्छा, ਤੇ ये रोज आते हैं आपके पास? ਨਹੀਂ 10 ਦਿਨਾਂ ਬਾਅਦ 15 ਦਿਨਾਂ ਬਾਅਦ भत्ता लेते हैं? ਹਾਂਜੀ ਪਤਾ ਲੈਂਦੇ ਨੇ। आपकी दुकान है? ਹਾਂਜੀ ਮੇਰੀ ਦੁਕਾਨ किस चीज की? ਮੇਰੀ ਕਬਾੜਖਾਨੇ की दुकान है। अच्छा, कितने अरसे से? मेरी 5 साल से 5 सालों में कितनी बार ये आपके पास आए? 5 साल से कम से कम भी मैं सर बता नहीं सकता जितनी दफ़ा मेरे पास आए ना। मैं इनका नाम क्या है? एक का नाम मोहम्मद अली आ, अच्छा। राय साग आ, मीर अली आ, जुलकनैन आ। अच्छा। ਵਿੱਚ ਪ੍ਰਾਈਵੇਟ ਬੰਦੇ ਨੇ ਜਿਨ੍ਹਾਂ ਸਰਕਾਰੀ ਗੰਨਾਂ ਪਾਈਆਂ, ਸਰਕਾਰੀ ਵਰਦੀ ਪਾਈ ਆ, ਉਹਨਾਂ ਨੂੰ ਪੁੱਛਣ ਦੱਸਣ ਵਾਲਾ ਹੀ ਸਰ ਕੋਈ ਨਹੀਂ। ਉਹੋ ਹੀ ਆ ਕੇ ਸਾਡੇ ਕੋਲ ਪੈਸੇ ਮੰਗਦੇ ਨੇ। ਆ ਕੇ ਚੌਂਕੀ ਇੰਚਾਰਜ ਵਾਲਿਆਂ ਨੂੰ कितने पैसे मांगते हैं? 50,000 10,000 50,000 10,000 रुपये ऐसे पैसे लेकर जाते हैं। अच्छा, इस बार आपको क्यों लेकर गए अपने साथ? ਸਰ ਇਸ ਦਫਾ ਮੇਰੇ ਕੋਲ ਇੱਕ ਦਿਨ ਪਹਿਲਾਂ ਆਇਆ ਇਹਨਾਂ ਦਾ ਭਰਾਈ ਖਾਰੇ ਖਾਰ ਆ ਮੁੰਡਾ ਰੱਬ ਨਵਾਜ਼ ਬਲੋਚ ਉਹਨੂੰ ਕਹਿੰਦੇ ਨੇ। ਉਹ ਆਇਆ ਆ ਕੇ ਮੈਨੂੰ ਕਹਿੰਦਾ ਵੀ 10,000 ਰੁਪਇਆ ਦੇ। ਮੈਂ ਕਿਹਾ ਸਰ ਨਾ ਮੈਂ ਕੋਈ ਸ਼ੈ ਵੇਚਣਾ ਉਹ ਜੀ, ਮੈਂ ਨਾ ਕੋਈ ਪਾਊਡਰ ਜਾਂ ਕੋਈ ਸ਼ਰਾਬ ਜਾਂ ਕੋਈ ਉਹੋ ਜਿਹਾ ਕੰਮ ਕਰਨਾ, ਫਿਰ ਤਾਂ ਮੈਂ ਪੈਸੇ ਦਿੰਦਾ ਵੀ ਤੁਹਾਨੂੰ ਸੁਣਨ ਲੱਗਾ। ਮੈਂ ਉਹਨੂੰ ਜਵਾਬ ਦਿੱਤਾ। ਦੂਏ ਦਿਨ ਇਹਨਾਂ ਨੇ ਆ ਕੇ ਮੇਰੇ ਤੇ ਰੇਡ ਕਰ ਦਿੱਤਾ। ਇਹਨਾਂ ਨੇ ਆ ਕੇ ਦੁਕਾਨ ਤੋਂ ਮੈਨੂੰ ਡਾਲੇ 'ਚ ਭਾਲਿਆ। ਮੈਨੂੰ ਕਹਿੰਦੇ ਵੀ ਤੁਸੀਂ ਅੱਜ ਤੋਂ 10 ਦਿਨ ਪਹਿਲਾਂ ਤੂੰ ਰਕਸ਼ਾ ਲਿਆ ਸੀ। ਮੈਂ ਕਿਹਾ ਸਰ ਮੈਂ ਰਕਸ਼ਾ ਕੋਈ ਸ਼ੈ ਨਹੀਂ ਲਈ, ਮੇਰੇ ਕੋਲ ਕੈਮਰੇ ਲੱਗੇ ਨੇ, ਤੁਸੀਂ ਕੈਮਰੇ ਚੈੱਕ ਕਰ ਲਓ। ਉਹਨੇ ਕਿਹਾ ਕੈਮਰੇ ਕਿੱਥੇ ਨਾ ਲੱਗੇ? ਤੇ ਮੈਂ ਕਿਹਾ ਦੱਸਿਆ, ਮੈਂ ਕਿਹਾ ਕੈਮਰੇ ਲੱਗਿਆ, ਮੇਰੇ ਕੋਲ DVR ਆ ਤੇ ਚੈੱਕ ਕਰ ਲਓ ਤੁਸੀਂ। ਜੇ ਤਾਂ ਮੈਂ 10 ਦਿਨ ਛੱਡ ਕੇ ਮੇਰੇ ਕੋਲ 2 ਮਹੀਨੇ ਹੋ ਗਏ ਆ, 2 ਮਹੀਨੇ ਦਾ ਰਿਕਾਰਡ ਆ, ਤੁਸੀਂ ਰਿਕਾਰਡ ਚੈੱਕ ਕਰ ਲਓ। ਇਹਨਾਂ ਨੇ ਮੇਰਾ DVR ਲਾ ਕੇ ਲੈ ਗਏ ਨਾ। ਔਰ ਮੇਰੇ अच्छा, ਤੁਸੀਂ ਦੱਸਿਆ ਕਿ ਕੈਮਰੇ ਲੱਗੇ, ਉਹਨਾਂ ਨੇ ਕੈਮਰੇ ਲਾਤੇ? ਕੈਮਰੇ ਮੇਰੇ ਲਾ ਕੇ ਕੈਮਰੇ ਤੋੜ ਦਿੱਤੇ ਇਹਨਾਂ ਨੇ ਤੇ DVR ਲਾ ਕੇ ਨਾਲ ਲੈ ਗਏ ਨਾ। 3 ਦਿਨ ਲਗਾਤਾਰ ਮੈਨੂੰ ਰੱਖਿਆ ਉੱਥੇ ਸਰ। कौन से थाने में? ਥਾਣਾ ਕੋਈ ਨਹੀਂ, ਉੱਥੇ ਚੌਂਕੀ ਆ ਮੱਕੂਆਣੀ ਸੀਏ ਸੈੱਲ ਨੇ, ਸੈੱਲ ਬਣੇ ਹੋਏ ਨੇ। ਸੈੱਲਾਂ ਹੀ ਜਾ ਕੇ ਸੁੱਟ ਦਿੱਤਾ। ਉੱਥੇ ਪਤਾ ਨਹੀਂ ਲੱਗਦਾ ਸਰ ਦਿਨ ਹੈ ਜਾਂ के ਰਾਤ। खिलाफ FIR दी थी? ਨਹੀਂ ਕੋਈ FIR ਨਹੀਂ, ਕੋਈ ਦਰਖਾਸਤ ਨਹੀਂ, ਕੋਈ ਸ਼ੈ ਨਹੀਂ। ਮੇਰਾ 5 ਸਾਲਾਂ 'ਚ ਮੇਰਾ ਰਿਕਾਰਡ कोई ऐसा रिकॉर्ड नहीं? ਕੋਈ ਨਹੀਂ ਰਿਕਾਰਡ ਸਰ। अच्छा, फिर क्या किया? ਫਿਰ ਇਹਨਾਂ ਨੇ ਮੈਨੂੰ ਮਾਰਿਆ ਕੁੱਟਿਆ, ਬਹੁਤ ਜ਼ਿਆਦਾ ਮਾਰਿਆ। ਫਿਰ ਮੇਰੀ ਨੰਗੇ ਦੀ ਇਹਨਾਂ ਨੇ ਵੀਡੀਓ ਬਣਾਈ ਹੈ ਸਰ। अच्छा, फिर? ਵੀਡੀਓ ਬਣਾ ਕੇ ਇਹਨਾਂ ਨੇ ਸਰ ਮੈਨੂੰ ਕਹਿੰਦੇ ਤੇਰਾ ਸ਼ੁਬਾਈ ਗੇ ਵਾਲਾ ਹਿਸਾਬ ਕਰਾਂਗੇ, ਨਾ ਤੂੰ ਮੂੰਹ ਦਿਖਾਣ ਜੋਗਾ ਘਰ ਰਹਿਣਾ, ਨਾ ਤੂੰ ਬਾਹਰ ਰਹਿਣਾ। ਤੇ ਇਸ ਤੋਂ ਇਲਾਵਾ ਅਸੀਂ ਤੈਨੂੰ ਬਹੁਤ ਜ਼ਿਆਦਾ ये ਬਲੈਕਮੇਲ। किसके अल्फाज थे? ਇਹ ਮੁਹੰਮਦ ਅਲੀ ਤੇ ਰਾਏ ਸਾਗ ਦੇ। इनके बकौल कि आप लोगों ने ये सब कुछ किया। इन्होंने मुझे ये बताया, मेरे कानों ने सुना और मेरे कान ये एक्सेप्ट करने को तैयार नहीं है कि आप लोग वर्दी में ऐसा सब कुछ करते होंगे। अगर ऐसा करते हैं, अगर ये सच्चे हैं, अगर का लफ्ज बहुत अहमियत के हामिल है, अगर आप लोग झूठे हैं, आप लोगों को शर्म आनी चाहिए। आप लोगों को चोर डाकू नहीं बनाया गया, आप लोगों को ऑफिसर बनाया गया हमारी हिफाजत करने के लिए। ਸਰ ਫਿਰ ਤੀਸਰੇ ਦਿਨ ਬਾਅਦ ਮੈਂ ਦੂਸਰੇ ਦਿਨ ਮੇਰੇ ਭਾਈ ਪੈਸੇ ਦੇ ਗਏ ਇਹਨਾਂ ਨੂੰ 3 ਲੱਖ ਰੁਪਈਆ। इन्होंने बरहना वीडियो बनाने के बाद ये डिमांड की थी? ਹਾਂਜੀ अच्छा, ਪਹਿਲਾਂ ਉਹਨਾਂ ਨੇ ਮੇਰੀ ਵੀਡੀਓ ਬਣਾਈ ਉਸ ਦਿਨ ਰਾਤ ਨੂੰ। ਜਿਸ ਦਿਨ ਮੁੰਡਾ ਨੇ ਫੜ ਕੇ ਖੜਿਆ ਉਸੇ ਦਿਨ ਰਾਤ ਨੂੰ ਮੇਰੀ ਵੀਡੀਓ ਬਣਾਈ। ਦੂਸਰੇ ਦਿਨ ਫਿਰ ਇਹਨਾਂ ਨੇ ਮੇਰੇ ਕੋਲ ਫੋਨ ਕਰਵਾਇਆ ਮੇਰੇ ਭਾਈ ਨੂੰ। ਮੈਂ ਕਿਹਾ ਯਾਰ ਜਿੰਨੇ ਪੈਸੇ ਮੰਗਦੇ ਨਾ ਆ ਕੇ ਇਹਨਾਂ ਨੂੰ ਦਿਓ ਤੇ ਮੇਰੀ ਜਾਨ ਛੜਾਓ। ਮੈਂ ਬਹੁਤ ਜ਼ਿਆਦਾ ਤੰਗ ਆ, ਪਰੇਸ਼ਾਨ ਆ।
ਇਹਨਾਂ ਨੇ ਤੀਸਰੇ ਦਿਨ ਬਾਅਦ ਆਏ ਨਾ ਆ ਕੇ ਇਹਨਾਂ ਨੇ ਪੈਸੇ ਦਿੱਤੇ, ਉਹਨਾਂ ਨੇ ਕਿਹਾ ਸਾਡੀ ਮੁਲਾਕਾਤ ਕਰਵਾ ਦੇਣਾ ਭਾਈ ਸਾਡੇ ਨਾਲ। ਇਹਨਾਂ ਨੇ ਮੈਨੂੰ ਸੈੱਲਾਂ 'ਚ ਕੱਢ ਕੇ ਬਾਅਦ ਮੇਰੇ ਮੂੰਹ ਤੇ ਕੱਪੜਾ ਦੇ ਕੇ ਤੇ ਮੈਨੂੰ ਲੈ ਗਏ ਨਾ ਉੱਥੇ ਜਦ ਲੱਗੇ ਥੋੜੀ ਉਰੇ ਕਰਕੇ ਨਾ ਮੇਰੇ ਮੂੰਹ ਤੋਂ ਕੱਪੜਾ ਲਾ ਕੇ ਤੇ ਫਿਰ ਉਹਨਾਂ ਅੱਗੇ ਲੈ ਗਏ ਨਾ ਤੇ ਮੈਨੂੰ ਕਹਿੰਦੇ ਯਾਰ ਕੀ ਗੱਲ ਕੀ ਆ। ਮੈਂ ਕਿਹਾ ਯਾਰ ਮੈਂ ਬੜਾ ਪਰੇਸ਼ਾਨ ਹਾਂ, ਮੇਰੇ ਨਾਲ ਬਹੁਤ ਜ਼ਿਆਦਾ ਜ਼ਿਆਦਤੀ ਕਰਦੇ ਪਏ ਨਾ ਤੇ ਤੁਹਾਡੀ ਮਿਹਰਬਾਨੀ ਜਿੰਨੇ ਪੈਸੇ ਕਹਿੰਦੇ ਨਾ ਜੋ ਕਹਿੰਦੇ ਨਾ ਮੇਰੇ ਘਰ-ਬਾਰ ਵੇਚ ਕੇ ਜੋ ਵੀ ਹੈ ਇਹਨਾਂ ਨੂੰ ਦੇ ਦਿਓ। ਉਹਨਾਂ ਨੇ 3 ਲੱਖ ਰੁਪਏ ਦਿੱਤਾ, ਦੇ ਕੇ ਤੇ ਚਲੇ ਗਏ ਨੇ, ਕਹਿੰਦੇ ਸੀ ਇਹਨਾਂ ਨੂੰ ਸਵੇਰ ਛੱਡ ਦਾਂਗੇ ਤੁਸੀਂ ਲੈ ਜਾਓ ਆ ਕੇ 9-10 ਵਜੇ। ਸਰ ਮੈਨੂੰ ਫਿਰ ਅੰਦਰ ਜਾ ਕੇ ਇਹਨਾਂ ਨੇ ਰਾਤ ਨੂੰ ਫਿਰ ਬੜਾ ਜ਼ਿਆਦਾ ਇਹਨਾਂ ਨੇ ਮਾਰਿਆ ਕੁੱਟਿਆ। ਮੈਨੂੰ ਕਹਿਣ ਲੱਗੇ ਤੇਰੇ ਪਿਛਲੇ ਪੈਸੇ ਨਹੀਂ ਦੇ ਕੇ ਅਸੀਂ ਤੈਨੂੰ ਹੁਣ ਬਹੁਤ ਬੁਰਾ ਹਾਲ ਕਰਾਂਗੇ। ਇਹਨਾਂ ਨੇ ਸਰ ਮਾਰ ਕੁੱਟ ਕੇ ਨਾਲ ਮੈਨੂੰ ਰਫੀਕ ਰਸ਼ੀਦ ਹਸਪੀਟਲ ਆ ਮੱਕੂਆਂ ਨੇ ਉੱਥੇ ਸੁੱਟ ਕੇ ਦੇ ਨੱਸ ਗਏ ਨਾ। ਸਾਹਮਣੇ ਵਰਕਸ਼ਾਪ ਵਾਲੇ ਨੇ ਫਿਰ ਕਾਲ ਕੀਤੀ ਮੇਰੇ ਭਾਈ ਨੂੰ ਛੋਟੇ ਨੂੰ ਵੀ ਯਾਰ ਇਸੇ ਤਰ੍ਹਾਂ ਇੱਥੇ ਮੌਲਵੀ ਨੂੰ ਮਾਰ ਕੇ ਤੇ ਪੁਲਿਸ ਵਾਲੇ ਸੁੱਟ ਕੇ ਨੱਸ ਗਏ। फेंक के क्यों गए थे? ਮੇਰੀ ਸਿਹਤ ਖਰਾਬ ਹੋ ਗਈ ਹੈ। तबीयत खराब हो गई थी इसलिए। ਹਾਂਜੀ ਤੇ ਉੱਥੇ ਉਹਨਾਂ ਨੇ ਹਸਪੀਟਲ ਵਾਲੇ ਮੇਰਾ ਭਾਈ ਆਏ ਨਾ ਉਹਨਾਂ ਨੇ ਜਵਾਬ ਦੇ ਦਿੱਤਾ ਵੀ ਸਾਡੇ ਬੱਸੋਂ ਬਾਹਰ ਇਹਨੂੰ ਕਿਤੇ ਹੋਰ ਲੈ ਜਾਓ। ਫੈਸਲਾਬਾਦ ਸਿਵਲ ਹਸਪੀਟਲ ਹੈ ਉੱਥੇ ਮੈਨੂੰ ਲੈ ਗਏ ਨਾ ਔਰ ਉਹ ਕਹਿੰਦਾ ਮੇਰੇ ਕੋਲ हॉस्पिटल ਦੀਆਂ रसीदा मौजूद ने, हॉस्पिटल च मैं दाखिल रहा, तरीक हर चीज़। मुबश्शिर जो कुछ आप बता रहे हो हकीकत पे मबनी है? बिल्कुल इंशाल्लाह मैं ये चीज़ दस झूठ नहीं बोल रहे? झूठ नहीं बोलांगा मैं। कोई नाजायज काम नहीं करते? नहीं कोई काम नहीं। कबाड़िए की दुकान है? कबाड़िए की दुकान। कोई इनके साथ डील वगैरह कोई नहीं हुई? कोई शायद नहीं सर। भाई जी पंजाब के ऑफिस जाके आपने एप्लीकेशन दी है? जी सर उत्थे भी दी है। ठीक है, वहाँ पे सुनवाई हुई कि नहीं हुई? नहीं उत्थे भी नहीं हुई मेरी। इनके खिलाफ FIR तो हो गई है, क्या ये गिरफ्तार हुए? गिरफ्तार भी नहीं हुए सर। मुअत्तल हुए? मुअत्तल भी नहीं हुए अजे तक। क्यों, किस बुनियाद पे? सर इन्हों को पूछन दसन वाला कोई नहीं सन। जे कि अफीसर को जाइए SP साहब को या CPO साहब को जाइए उत्थे फोन करके कह देंगे ना भी इन्हों पेश ना होने दिओ। चालें खेलते हैं। हाँ जी सर उत्थे मैनूं पेश नहीं होने देंगे, मैं बाहर आ जाना मुड़ के। तो फिर उस तो इलावा मैं फिर अदालत का रुख किया। अदालत जज साहब नूं मैं वीडियो सबूत हर चीज़ दिते आ। जज साहब ने फिर मेरे हक च फैसला किया भी यदि FIR दी जाए। खुले थानेदार नूं ये वो FIR है जो दी है? सर ये FIR है। ये FIR होगी, उसके बाद भी गिरफ्तार नहीं हुए? उस तो बाद भी गिरफ्तार नहीं हुई, इन्होंने पूरियां जमानतां करवा लियां। ठीक है, जमानत में अभी। फिर आपको SHO ने बुला के क्या कहा था? SHO ने बुला के भी इन्होंने सुलह कर ला। अच्छा, अपनी FIR वापस ले ला। क्यों सुलह कर ले? बस ब्लैकमेल ही है भी। SHO का नाम क्या है? अर्जाक कालू ना आया था। अच्छा ठीक है, फिर क्या कहा उसने? और SHO ने कहा भी जे अगर तू ना लेगा तू भी कारोबार इत्थे करना देना भी नौकरी इत्थे करनी है, तेरे ते लैदा मुकदमे देवांगे, फिर तेनों पुलिस मुकाबले च तेनों मार देना, बहुत तेरे नाल बुरा हाल होएगा। सर उही हिसाब हुण मेरे नाल करदे पे ना। इन्होंने जमानतां करवाइयां, जमानतां वापस लै लियां और मैं फिर इन्हां कोल गया। सर इन्होंने मेरी गालां गुलां कढ के मैनूं वापस थाने च भेज दित्ता। मैं मोहतरम अपने जो हमारे जज साहब हैं जो इनका केस देख रहे हैं, कहीं कहीं गलती से कोई भी जज की नज़र से ये वीडियो गुजर जाए तो सर हमारे यहाँ ये होता है कि FIR हो जाती है, लेकिन जिसने जुल्म किया होता है वो आज़ादाना घूम रहा होता है और जो शख्स मजलूम होता है, जिसपे जुल्म हुआ होता है, वो बेचारा पिस रहा होता है, पैसे लगा रहा होता है, मर रहा होता है, तड़प रहा होता है, लेकिन उसकी सुनवाई करने वाला कोई नहीं होता। अब बताइए मुझे कि अगर इंसाफ अदालतों में, थानों में नहीं मिलना तो ये FIR लेके कहां घूमे हम? इस FIR का 1% मुझे फायदा बता दें, कहीं भी फायदा नजर नहीं आता। ये झूठी FIR आसानी से हो जाती हैं, किसी का भी नाम इस FIR में लिखवा दो, बहुत आसान है। हमारे अदारों ने हमारी आम आवाम को इतना जलील कर दिया है, इतना तबाह बर्बाद कर दिया है कि अब दिल नहीं करता पाकिस्तान में रहने को। ये बेचारा मुझे बता रहा था कि घर का किराया देना है, दुकान का किराया देना है, बच्चों की फीसें देनी है, वो देने को नहीं है। कितने अरसे से किराया नहीं दिया? 2 माह से 2 माह से नहीं दिया। वो SHO से कहा था कि मुझे किराया दो, मैं किराया दूं, फिर मेरी दुकान नहीं चल रही। सर बात ही नहीं सुनते, मैं बताऊं क्या मैं आपको? मैं सुन के हैरान रह जाता हूं। ये SHO गुंडे बन जाते हैं, बदमाश बन जाते हैं। किसने इख्तियारात दिए? यार आप आम आवाम को गाली दे दो। कभी कानून की किताब पढ़ी है आपने? आप आम आवाम को तू कह के नहीं बुला सकते, और हमारे थानों में जो कुछ हो रहा है आपको पता है। मैं उम्मीद करता हूं कि किसी वक्त में, किसी सदी में इनको इंसाफ मिलेगा, या शायद आखिरत में जाके ही इनको इंसाफ मिले। इजाजत दीजिए, अल्लाह ने